ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਕੱਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ। ਮੈਂ ਸਤ ਖੜਾ ਹਾਂ ਲੁਧਿਆਣਾ ਦੇ ਨੈਸ਼ਨਲ ਹਾਈਵੇ ਤੇ, ਤੁਹਾਨੂੰ ਤਸਵੀਰ ਦਿਖਾ ਦਈਏ। ਇਹ ਜਲੰਧਰ ਦਿੱਲੀ ਹਾਈਵੇ ਆ, ਟੋਲ ਪਲਾਜ਼ਾ ਦੇ ਕੋਲ ਲਾਡੋਵਾਲ ਦੇ ਕੋਲ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਆ, ਕਿਉਂਕਿ ਕੱਲ ਪੰਜਾਬ ਬੰਦ ਦੀ ਕਾਲ ਆ। ਕਿਉਂਕਿ ਖੇਤੀ ਆਰਡੀਨੈਂਸ ਬਿੱਲ ਜਿਹੜਾ ਕਿ ਲੋਕ ਸਭਾ 'ਚ ਪਾਸ ਹੋਇਆ ਵਾ, ਰਾਜ ਸਭਾ 'ਚ ਪਾਸ ਹੋ ਚੁੱਕਾ ਵਾ ਅਤੇ ਹੁਣ ਸਿਰਫ ਰਾਸ਼ਟਰਪਤੀ ਦੇ ਸਾਈਨ ਹੋਣੇ ਆ। ਉਸ ਦੇ ਖਿਲਾਫ ਜਿਹੜੀ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆ ਔਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਬੰਦ ਦੀਆਂ। ਸੋ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਹੜੇ ਕਿ ਲੁਧਿਆਣਾ ਲਾਡੋਵਾਲ 'ਚ ਤਿਆਰੀ ਕਰ ਰਹੇ ਨੇ, ਕੱਲ ਧਰਨਾ ਲਗਾ ਰਹੇ ਨੇ। ਕੱਲ 11 ਤੋਂ ਲੈ ਕੇ 4 ਵਜੇ ਤੱਕ ਜਿਹੜਾ ਵਾ ਵਿਸ਼ਾਲ ਧਰਨਾ ਲਗਾਇਆ ਜਾਵੇਗਾ। ਸੋ ਹੱਥਾਂ 'ਚ ਬੈਨਰ ਨੇ, ਗੱਡੀਆਂ ਤੇ ਬੈਨਰ ਲਗਾਏ ਹੋਏ ਨੇ ਕਿ ਜੋ ਲੀਡਰ ਕਿਸਾਨਾਂ ਨਾਲ ਖੜੇਗਾ ਉਹੀ ਪਿੰਡ ਵਿੱਚ ਵੜੇਗਾ। ਸੋ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਸਰ, ਮੈਸੇਜ ਲਿਖਿਆ ਹੈ ਜੋ ਲੀਡਰ ਕਿਸਾਨਾਂ ਨਾਲ ਖੜੇਗਾ ਉਹੀ ਪਿੰਡ ਵਿੱਚ ਵੜੇਗਾ, ਕੀ ਮੈਸੇਜ ਹੈ? ਇਹ ਮੈਸੇਜ ਇਹ ਹੈ ਜੀ, ਜਿਹੜੀਆਂ ਵੀ ਸਿਆਸੀ ਪਾਰਟੀਆਂ ਸਾਨੂੰ ਆਪਣਾ ਵੋਟ ਬੈਂਕ ਸਮਝਦੀਆਂ ਸੀਗੀਆਂ ਵੀ ਹਾਂ ਕਿਸਾਨਾਂ ਨੂੰ ਬਸ ਲੋਲੀਪੌਪ ਦੇ ਕੇ ਸਮਝਾ ਦਈਏ ਤੇ ਇਹਨਾਂ ਤੋਂ ਵੋਟਾਂ ਲੈ ਲਈਏ, ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਵੀ ਸਾਨੂੰ ਸਾਡੀ ਸਮਝ ਆ ਗਈ, ਸਾਡਾ ਯੂਥ ਜਵਾਨ ਹੋ ਗਿਆ, ਪੜ੍ਹਿਆ ਲਿਖਿਆ ਹੋ ਗਿਆ। ਜਿਹੜੀਆਂ ਚਾਲਾਂ ਤੁਸੀਂ ਸਿਆਸਤ ਨਾਲ ਸਾਡੇ ਨਾਲ ਕਰਦੇ ਹੋ, ਸਟੇਟ ਤੇ ਸਟੇਟ ਨਾਲ ਫਰਕ ਰੱਖਦੇ ਹੋ, ਸੈਂਟਰਲ ਦੇ ਵਿੱਚ ਜਾ ਕੇ ਸਾਡੀ ਆਵਾਜ਼ ਨਹੀਂ ਉਠਾਉਂਦੇ, ਜਾਂ ਤੁਸੀਂ ਆਪ ਦਾ ਆਪ ਮੰਨ ਰਹੇ ਹੋ ਵੀ ਅਸੀਂ ਤੁਹਾਡਾ ਕੇਸ ਹੀ ਨਹੀਂ ਪੁੱਟ ਕਰ ਸਕੇ ਤੇ ਕਿੱਡੀ ਮਾੜੀ ਗੱਲ ਆ। ਫਿਰ ਸਿਆਸਤ 'ਚ ਰਹਿਣ ਦਾ ਹੱਕਦਾਰ ਕਿਵੇਂ ਆ ਜੇ ਸਾਡਾ ਕੇਸ ਹੀ ਨਹੀਂ ਤੁਸੀਂ ਦੇ ਸਕੇ? 70-80% ਆਬਾਦੀ ਕਿਸਾਨੀ ਨਾਲ ਸੰਬੰਧਿਤ ਹੈਗੀ ਆ ਪੰਜਾਬ ਦੇ ਵਿੱਚ, ਤੇ ਜੇ ਕਿਸਾਨੀ ਦੀ ਆਵਾਜ਼ ਨਹੀਂ ਉਠਾਈ ਗਈ ਫਿਰ ਉਹ ਕਿਵੇਂ ਆ? ਹੁਣ ਅਸੀਂ ਇਹਦਾ ਨਾਅਰਾ ਦਿੱਤਾ ਵਾ, ਜਿਹੜਾ ਦੋ ਲੀਡਰ ਕਿਸਾਨਾਂ ਨਾਲ ਖੜੇਗਾ ਉਹੀ ਸਾਡੇ ਪਿੰਡ 'ਚ ਵੜੇਗਾ। ਵੋਟ ਉਹਨੂੰ ਪਊਗੀ ਜਿਹੜਾ ਕੰਮ ਕਰੂਗਾ, ਜਿਹੜਾ ਸਾਨੂੰ ਰਿਜ਼ਲਟ ਲੈ ਕੇ ਦੇਊਗਾ। ਸੋ ਬੰਦ ਦੀ ਕਾਲ ਤੁਸੀਂ ਦਿੱਤੀ ਆ, ਸਿਆਸਤਦਾਨ ਪਹਿਲਾਂ ਹੀ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਕੱਲ ਵੀ ਅਕਾਲੀ ਦਲ ਵੱਲੋਂ ਅਤੇ ਕਾਂਗਰਸ ਵੱਲੋਂ ਧਰਨੇ ਲਗਾਏ ਗਏ ਨੇ, ਰੈਲੀਆਂ ਕੱਢੀਆਂ ਗਈਆਂ, ਟਰੈਕਟਰ ਰੈਲੀ ਕੱਢੀ ਗਈਆਂ ਨੇ। ਸੋ ਤੁਹਾਨੂੰ ਲੱਗਦਾ ਨਹੀਂ ਕਿ ਲੀਡਰ ਸੱਚਮੁੱਚ ਤੁਹਾਡੇ ਨਾਲ ਖੜਾ ਕਿ ਨਹੀਂ ਖੜਾ? ਸਿਆਸੀ ਬੰਦਿਆਂ ਨੇ ਆਪ ਦੇ ਆਪ ਹੀ ਸਾਬਤ ਕਰਤਾ ਵੀ ਜਦੋਂ 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਉਹ ਇਹ ਕਹਿੰਦੀਆਂ ਵੀ ਅਸੀਂ ਆਪਣਾ ਸੰਘਰਸ਼ ਆਪ ਕਰ ਲਾਂਗੇ, ਸਾਨੂੰ ਕਿਸੇ ਦੀ ਲੋੜ ਨਹੀਂ। ਉਹ ਆਪ ਮੁਹਾਰਾ ਹੀ ਆ ਕੇ ਕਿਸਾਨ ਲੀਡਰ ਬਣਨਾ ਚਾਹੁੰਦੇ ਨੇ, ਆਪ ਮੁਹਾਰਾ ਹੀ ਕਿਸਾਨ ਹੇਤੂ ਮੰਨਣਾ ਚਾਹੁੰਦੇ ਆ ਵੀ ਅਸੀਂ ਕਿਸਾਨਾਂ ਦੇ ਦਿੱਤਾ। ਉਹ ਸਿਰਫ ਵੋਟ ਬੈਂਕ ਕਰ ਲਈਆਂ ਨੇ, ਸਾਨੂੰ ਰਿਜ਼ਲਟ ਨਹੀਂ ਦੇ ਰਿਹਾ। ਕਿਸਾਨ ਜਥੇਬੰਦੀਆਂ ਨੂੰ ਰਿਜ਼ਲਟ ਚਾਹੀਦਾ। ਜਿਹੜੇ ਆਰਡੀਨੈਂਸ ਸਾਡੇ ਕੋਲ ਪਾਸ ਹੋਏ, ਪਹਿਲੇ ਆਰਡੀਨੈਂਸ ਬਣੇ, ਫਿਰ ਕਾਨੂੰਨ ਬਣੇ, ਹੁਣ ਸਾਡੇ ਤੇ ਲਾਗੂ ਹੋਣ ਵਾਲੀ ਗੱਲ ਆ ਗਈ। ਜਿੱਥੇ ਵੀ ਬ੍ਰੇਕ ਲੱਗ ਸਕੇ, ਜਿੱਥੋਂ ਵੀ ਮੁੜ ਸਕਣ, ਕਿਸਾਨ ਜਥੇਬੰਦੀਆਂ ਕਿਸਾਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀਆਂ। ਕਿਸਾਨ ਆਪ ਹੁਣ ਸੜਕਾਂ ਤੇ ਆ ਗਏ ਆ, ਉਹਨੂੰ ਸਮਝ ਲੱਗ ਗਈ ਆ। ਸਿਆਸੀ ਬੰਦਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਇਹਨਾਂ ਨੂੰ ਤੁਹਾਨੂੰ ਰਿਜ਼ਲਟ ਦੇਣੇ ਪੈਣੇ ਆ। ਜੇ ਵੋਟ ਲੈਣੀ ਆ, ਪਿੰਡਾਂ 'ਚ ਵੜਨਾ ਮਤਲਬ ਇਹ ਆ ਵੀ ਜੇ ਵੋਟ ਲੈਣੀ ਤੁਸੀਂ ਤਾਂ ਇਹਨਾਂ ਨੂੰ ਰਿਜ਼ਲਟ ਦਿਓ। ਕਿਸਾਨੀ ਹੱਕਾਂ ਦੇ ਵਿੱਚ ਸਾਡੇ ਬੋਲੋ, ਪਾਰਲੀਮੈਂਟ ਜਾ ਕੇ ਕਹੋ, ਅਸੈਂਬਲੀਆਂ 'ਚ ਬੋਲੋ, ਤੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਸਾਡੇ ਉਲਟ ਬਣਦੇ ਆ ਉਹਨਾਂ ਨੂੰ ਖਤਮ ਕਰਾਓ। ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਿਆਸਤਦਾਨ ਹੈ, ਅਗਰ ਤੁਹਾਡੇ ਆਵਾਜ਼ ਜਿਹੜੀ ਆ ਬੁਲੰਦ ਕਰਨਗੇ ਤਾਂ ਹੀ ਤੁਸੀਂ ਉਹਨਾਂ ਨੂੰ ਵੋਟ ਪਾਓਗੇ। ਲੋਕ ਸਭਾ 'ਚ, ਰਾਜ ਸਭਾ 'ਚ ਬਿੱਲ ਪਾਸ ਹੋ ਚੁੱਕਾ ਵਾ, ਰਾਸ਼ਟਰਪਤੀ ਨੇ ਸਿਰਫ ਸਾਈਨ ਕਰਨੇ ਆ। ਤੁਹਾਨੂੰ ਲੱਗਦਾ ਕਿ ਬਿੱਲ ਰੁਕ ਪਾਊਗਾ? ਕਈ ਦਾਅ ਪੇਚ ਹੈਗੇ ਹਾਲੇ ਵੀ ਕਾਨੂੰਨੀ, ਜੇ 'ਚ ਅਸੀਂ ਬਿੱਲ ਰੋਕ ਵੀ ਸਕਦੇ ਆ, ਇਹ ਕੈਂਸਲ ਵੀ ਕਰਾ ਸਕਦੇ ਆ, ਇਹ ਐਗਜ਼ੀਕਿਊਟ ਵੀ ਹੋਣਾ। ਪੰਜਾਬ ਹਰਿਆਣਾ ਨਾ ਐਗਜ਼ੀਕਿਊਟ ਕਰਨ, ਜਿਵੇਂ ਪੁਰਾਣੇ ਸਮੇਂ ਦੇ ਵਿੱਚ MSP ਪੰਜਾਬ ਹਰਿਆਣੇ ਨੂੰ ਮਿਲੀ ਹੋਈ ਸੀ, ਜਿਹੜੀ ਸਪੋਰਟ ਪ੍ਰਾਈਜ਼ ਸਾਨੂੰ ਹੈਗੀ ਸੀ, ਸਾਡੀ ਪਰਚੇਜ਼ ਵੀ ਸੀ, ਉਹ ਸਾਨੂੰ ਮਿਲ ਰਹੀ ਸੀ। 45-50 ਸਾਲ ਤੋਂ ਅਸੀਂ ਸਾਰਾ ਹਿੰਦੁਸਤਾਨ ਨੂੰ ਅੰਨ ਦਾ ਭੰਡਾਰ ਦੇਤਾ, ਇਹਨਾਂ ਨੂੰ ਰਜਾਤਾ। ਬਾਹਰ ਠੂਠਾ ਲੈ ਕੇ ਜਾਂਦੇ ਸੀ ਇੰਦਰਾ ਗਾਂਧੀ ਵੇਲੇ ਵੀ ਸਾਨੂੰ ਅੰਨ ਚਾਹੀਦਾ। ਪੰਜਾਬ ਤੇ ਹਰਿਆਣੇ ਨੇ ਇੰਨਾ ਅੰਨ ਪੈਦਾ ਕਰਤਾ ਵੀ ਅੱਜ ਸਰਪਲਸ ਦੀ ਗੱਲਾਂ ਹੋ ਰਹੀਆਂ ਨੇ। ਇਸ ਕਰਕੇ ਇਸ ਦੋ ਸਟੇਟਾਂ ਨੂੰ ਲੱਗ ਵੀ ਕੱਢਿਆ ਜਾ ਸਕਦਾ ਸੀ, ਬਾਕੀ ਸਟੇਟਾਂ ਦੇ ਉੱਤੇ ਲਾ ਕੇ ਦੇਖ ਲੈਂਦੇ ਕਾਨੂੰਨ ਇਹ ਵੀ ਹਾਂ ਇਹ ਕਾਨੂੰਨ ਫਾਇਦੇ 'ਚ ਹੈ, ਕੀ ਇਹ ਦੁਕਾਨਦਾਰ ਦੇ ਫਾਇਦੇ 'ਚ ਆ, ਕੀ ਇਹ ਕਿਸਾਨ ਦੇ ਫਾਇਦੇ 'ਚ ਆ, ਕੀ ਇਹ ਪੱਲੇਦਾਰ ਵੀਰਾਂ ਦੇ ਫਾਇਦੇ 'ਚ ਆ, ਕੀ ਟਰੱਕ ਯੂਨੀਅਨ ਦੇ ਫਾਇਦੇ 'ਚ ਆ। ਜੇ ਫਾਇਦੇ 'ਚ ਹੁੰਦਾ 10 ਸਾਲਾਂ ਬਾਅਦ ਸਾਡੇ ਲਾ ਦਿੰਦੇ, ਪਰ ਸਾਡੇ ਤੇ ਸਿੱਧਾ ਥੋਪਣ ਦਾ ਇਹਨਾਂ ਦਾ ਕੀ ਮਤਲਬ ਆ? ਸਵਾਲ ਮੇਰਾ ਫਿਰ ਆਈ ਜਾਂਦਾ ਕਿ ਰੋਕ ਕਿੱਦਾਂ ਪਾਉਂਗੇ, ਕਿਉਂਕਿ GST ਆ ਉਹ ਲੱਗ ਚੁੱਕੀ ਆ, ਨੋਟਬੰਦੀ ਆ ਉਹ ਸਰਕਾਰ ਵੱਲੋਂ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਧਾਰਾ 370 ਤੋੜ ਦਿੱਤੀ ਗਈ, ਚਾਹੇ ਰਾਮ ਮੰਦਿਰ ਆ ਉਹ ਵੀ ਬਣਨ ਜਾ ਰਿਹਾ ਵਾ। ਸੋ ਕਿਸਾਨ ਆਪਣੀ ਆਵਾਜ਼ ਕਿਸ ਤਰ੍ਹਾਂ ਚੱਕ ਪਾਵੇਗਾ? ਸਿਰਫ ਰਾਸ਼ਟਰਪਤੀ ਦੇ ਸਿਰਫ ਸਾਈਨ ਹੋਣੇ ਆ। ਜਿਵੇਂ ਤੁਸੀਂ ਕਿਹਾ ਕਿ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ। 370 ਜਦੋਂ ਲੱਗੀ ਸੀਗੀ, ਸਾਨੂੰ ਉਦੋਂ ਮੁਸਲਮਾਨ ਵੀਰ ਇਹ ਕਹਿ ਰਹੇ ਸੀ, ਜੰਮੂ ਕਸ਼ਮੀਰ ਵਾਲੇ ਵੀਰ ਇਹ ਕਹਿ ਰਹੇ ਸੀ ਵੀ ਆਉਣ ਵਾਲੇ ਸਮਾਂ ਹੁਣ ਤੁਹਾਡਾ ਆਊਗਾ, ਕਿਸਾਨੋ ਤੁਹਾਡੇ ਤੇ ਕੋਈ ਵਾਰ ਹੋਊਗਾ। ਜਿੱਦਾਂ ਨੋਟਬੰਦੀ ਹੋਈ ਸੀ, ਵਪਾਰੀ ਵੀਰ ਸਾਨੂੰ ਕਹਿ ਰਹੇ ਸੀ ਵੀ ਇਦੋਂ ਬਾਅਦ ਤੁਹਾਡਾ ਸਮਾਂ ਆਊਗਾ। ਅਸੀਂ ਹਨੇਰੇ 'ਚ ਰਹਿ ਗਏ, ਸਾਡਾ ਹੁਣ ਸਮਾਂ ਆਇਆ, ਹੁਣ ਸਾਡੇ ਤੇ ਅਟੈਕ ਹੋਇਆ, ਇਹਨਾਂ ਨੂੰ ਪਤਾ ਲੱਗੂ। ਬਾਕੀ ਵੇਲੇ ਅਸੀਂ ਨਹੀਂ ਇਕੱਠੇ ਹੋਏ ਉਹਨਾਂ ਨਾਲ, ਆਵਾਮ ਨਹੀਂ ਉੱਠਿਆ। ਅੱਜ ਸਾਰਾ ਆਵਾਮ ਤਾਂ ਹੀ ਉੱਠਿਆ ਜਦੋਂ ਮੋਦੀ ਦੀਆਂ ਸਾਰੀਆਂ ਹੀ ਲੋਕ ਮਾਰੂ ਨੀਤੀਆਂ ਸਾਹਮਣੇ ਆ ਰਹੀਆਂ ਨੇ। ਤੇ ਜਿੱਦਣ ਕਿਸਾਨ ਉੱਠ ਜਾਂਦਾ, ਜਿੱਦਣ ਇਹ ਪੰਜਾਬ ਉੱਠ ਜਾਂਦਾ,
ਸਾਰੇ ਰੈਵੋਲੂਸ਼ਨ ਜਿੰਨੇ ਆਏ ਆ ਪੁਰਾਣੇ, ਇਹ ਪੰਜਾਬ ਤੋਂ ਸ਼ੁਰੂ ਹੋਏ ਆ ਤੇ ਉਹ ਕਾਮਯਾਬ ਦੀ ਹੱਦ ਤੱਕ ਗਏ ਨੇ। ਅਮੀਰ ਜੀ ਕਿਹੜੀ ਜਥੇਬੰਦੀਆਂ ਹੁਣ ਤੁਹਾਡੀ ਸਪੋਰਟ ਕਰ ਰਹੀਆਂ ਨੇ? ਕੱਲ ਕਿਹੜੀ ਜਥੇਬੰਦੀਆਂ ਜਿਹੜੀ ਧਰਨੇ ਤੇ ਲਾ ਰਹੀਆਂ ਨੇ? ਸਾਡੀ ਨਰੋਲ ਕਿਸਾਨ ਯੂਨੀਅਨਾਂ ਜਿੰਨੀਆਂ ਵੀ ਹੈਗੀਆਂ 31 ਜਿਹੜਾ ਇੱਕ ਪਲੇਟਫਾਰਮ ਬਣਾ ਚੁੱਕੀਆਂ, ਜਿਹੜਾ 25 ਦੀਆਂ ਬੰਦ ਕਰਾ ਚੁੱਕੇ ਆ, ਐਲਾਨ ਕਰ ਚੁੱਕੇ ਆ ਜਾਂ ਮੁਕੰਮਲ ਬੰਦ ਰਹੂਗਾ, ਉਹ ਸਾਰੀਆਂ ਸਪੋਰਟ ਤੇ ਨੇ। ਬਾਕੀ ਜਿਹੜੀ ਸਿਆਸੀ ਪਾਰਟੀਆਂ ਬਾਹਰੋਂ ਸਪੋਰਟ ਕਰਦੀਆਂ ਉਹ ਸਾਡੇ ਕਰਨ, ਪਰ ਸਾਡੀਆਂ ਸਟੇਜਾਂ ਤੇ ਆ ਕੇ ਉਹਨਾਂ ਲੀਡਰਾਂ ਨੂੰ ਨਾ ਬੋਲਣ ਦਿੱਤਾ ਜਾਊਗਾ, ਉਹਨਾਂ ਦਾ ਧੰਨਵਾਦ ਕੀਤਾ ਜਾ ਸਕਦਾ। 25 ਦੇ ਸੰਘਰਸ਼ ਤੋਂ ਬਾਅਦ ਅਗਲਾ ਸੰਘਰਸ਼ ਕੀ ਰਹੂਗਾ? 25 ਤੋਂ ਬਾਅਦ ਅਸੀਂ ਇਹ ਕਰ ਲਿਆ ਵੀ ਘੱਟੋ ਘੱਟ ਸਾਰੀਆਂ ਰੇਲਵੇ ਲਾਈਨਾਂ ਪੰਜਾਬ ਵੱਲੋਂ ਬੰਦ ਕੀਤੀ ਜਾਣਗੀਆਂ, ਦਿੱਲੀ ਨਾਲ ਲਿੰਕ ਤੋੜਿਆ ਜਾਊਗਾ। ਜਿਹੜਾ ਇਹਨਾਂ ਦਾ ਜੰਮੂ ਕਸ਼ਮੀਰ ਦਾ ਲਿੰਕ ਆ, ਜਿਹੜਾ ਇਹਨਾਂ ਦਾ ਰੇਲ ਨਾਲ ਹਿਮਾਚਲ ਨਾਲ ਲਿੰਕ ਆ, ਸਾਰੇ ਲਿੰਕ ਬੰਦ ਕੀਤੇ ਜਾਣਗੇ ਜਦ ਤੱਕ ਇਹ ਵਾਪਸ ਨਹੀਂ ਤਾਊ। ਅਣਮਿੱਥੇ ਸਮੇਂ ਲਈ 1 ਤਰੀਕ ਤੋਂ ਅਸੀਂ ਪੱਕੇ ਬੈਠ ਜਾਾਂਗੇ। ਸੋ ਬਹੁਤ ਵੱਡੀ ਕਿਸਾਨ ਯੂਨੀਅਨ ਜਿਹੜੇ ਧਰਨੇ ਲਗਾਉਣ ਜਾ ਰਹੀਆਂ, ਯੂਥ ਮੈਂ ਦੇਖਿਆ ਯੂਥ ਬੜਾ ਖੜਾ ਵਾ। ਯੂਥ ਕਿਸ ਤਰ੍ਹਾਂ ਦੀ ਸਪੋਰਟ ਕਰ ਰਿਹਾ ਵਾ? ਕਿਸਾਨ ਦਾ ਪੁੱਤ ਕਿਸ ਤਰ੍ਹਾਂ ਦੀ ਸਪੋਰਟ ਕਰ ਰਿਹਾ ਵਾ? ਸਾਡੇ 'ਚ ਅਨਪੜ੍ਹਤਾ ਬਹੁਤ ਸੀ, ਸਾਡਾ 40-45 ਸਾਲ ਸ਼ੋਸ਼ਣ ਹੀ ਤਾਂ ਹੋਇਆ। ਹੁਣ ਅਸੀਂ ਬੱਚੇ ਕਿਸਾਨ ਦੇ ਪੜ੍ਹ ਗਏ ਆ, ਇਹੀ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ। ਪੜ੍ਹੇ ਲਿਖੇ ਬੱਚੇ ਆ, ਅੱਜ ਦਾ ਇਲੈਕਟ੍ਰੋਨਿਕ ਮੀਡੀਆ ਯੂਜ਼ ਕਰਦੇ ਆ, ਨੌਲੇਜ ਰੱਖਦੇ ਆ, ਅਵੇਅਰਨੈਸ ਆ ਇਹਨਾਂ ਨੂੰ, ਪੜ੍ਹ ਕੇ ਸਮਝਦਾ ਪਤਾ ਵੀ ਸਾਡਾ ਭਲਾ ਕਿਹੜੀ ਚੀਜ਼ ਆ, ਸਾਡਾ ਨੁਕਸਾਨ ਕਿਹੜੀ ਚੀਜ਼ ਆ। ਇਹ ਯੂਥ ਹੁਣ ਇੱਕ ਕਾਨੂੰਨ ਨੂੰ ਬਣਨ ਤੋਂ ਪਹਿਲਾਂ ਵਿਰੋਧ ਤਾਂ ਕਰ ਰਿਹਾ ਵੀ ਇਹਨਾਂ ਨੂੰ ਪਤਾ ਵੀ ਇਹ ਸਾਡਾ ਕਾਲਾ ਕਾਨੂੰਨ ਆ, ਸਾਡੀ ਐਗਰੀਕਲਚਰ ਲਈ, ਸਾਡੇ ਬਿਜ਼ਨਸ ਸੈਕਟਰ ਲਈ, ਸਾਰਿਆਂ ਲਈ ਫਰਕ ਆ। ਤਾਂ ਇਹ ਅੱਜ ਉੱਠਿਆ। ਜਿੱਦਣ ਯੂਥ ਉੱਠ ਜਾਂਦਾ, ਕਿਸੇ ਕੌਮ ਦਾ ਵੀ ਜਦੋਂ ਯੂਥ ਉੱਠ ਜਾਂਦਾ, ਉਹ ਪਲਟਾ ਰਾਜ ਦਾ ਪਾ ਦਿੰਦਾ। ਸੋ ਯੂਥ ਜਿਹੜੇ ਆ ਉਹ ਵੀ ਨਾਲ ਮੌਜੂਦ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਤਸਵੀਰ ਦਿਖਾ ਦਈਏ, ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ, ਇਹਨਾਂ ਨੇ ਝੰਡੇ ਫੜੇ ਹੋਏ ਨੇ, ਤਿਆਰੀਆਂ ਕਰਾ ਰਹੇ ਨੇ। ਸੋ ਇਸ ਪੁਲ ਦੇ ਹੇਠਾਂ ਜਿਹੜਾ ਕੱਲ ਧਰਨਾ ਲਗਾਇਆ ਜਾਣਾ ਵਾ, ਔਰ ਬੈਨਰ ਜਿਹੜੇ ਆ ਤੁਸੀਂ ਦੇਖ ਸਕਦੇ ਹੋ, ਬੈਨਰ ਲਗਾਏ ਜਾ ਰਹੇ ਨੇ। ਕੱਲ ਦਾ ਜਿਹੜਾ ਵਾ ਬੰਦੋਬਸਤ ਕੀਤਾ ਜਾ ਰਿਹਾ ਵਾ। ਸੋ ਕੱਲ ਜਿਹੜੀ ਕਿਸਾਨ ਜਥੇਬੰਦੀਆਂ ਵਾ ਧਰਨਾ ਲਗਾਉਣ ਜਾ ਰਹੀਆਂ ਨੇ। ਗੱਲਬਾਤ ਕਰ ਲੈਂਦੇ ਆ। ਜਿਹੜਾ ਕਿ ਯੂਥ ਆ, ਕਿਸਾਨ ਦਾ ਪੁੱਤ ਆ, ਉਹ ਇੱਥੇ ਪਹੁੰਚਿਆ ਹੋਇਆ ਵਾ। ਕੱਲ ਤੁਸੀਂ ਵੀ ਆਵਾਜ਼ ਚੱਕਣ ਜਾ ਰਹੇ ਹੋ, ਤੁਸੀਂ ਯੂਥ ਹੋ, ਕਿਸ ਤਰ੍ਹਾਂ ਆਵਾਜ਼ ਚੱਕੋਗੇ? ਮੋਦੀ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੇਗੀ? ਬਿਲਕੁਲ। ਅਸੀਂ ਪਹਿਲਾਂ ਜੋ ਕਿ ਅਸੀਂ ਫੈਸਲਾ ਕੀਤਾ ਹੈ ਕਿ ਸ਼ਾਂਤਮਈ ਢੰਗ ਨਾਲ ਅਸੀਂ ਸਿਰਫ ਚੱਕਾ ਜਾਮ ਕਰਾਂਗੇ, ਆਵਾਜਾਈ ਰੋਕਾਂਗੇ ਇੱਥੇ, ਤਾਂ ਕਿ ਸ਼ਾਂਤਮਈ ਢੰਗ ਨਾਲ ਇੱਕ ਹੋ ਸਕੇ। ਤੋ ਇਹੀ ਅਸੀਂ ਪਿੰਡਾਂ ਦੇ ਵਿੱਚ ਵੀ ਕਰ ਰਹੇ ਹਾਂ, ਯੂਥ ਨੂੰ ਨਾਲ ਲੈ ਰਹੇ ਹੈਗੇ, ਨਾਲ ਆਪਣੀਆਂ ਫੈਮਲੀਜ਼ ਨੂੰ ਵੀ, ਬਜ਼ੁਰਗਾਂ ਨੂੰ ਵੀ ਨਾਲ ਰੱਖ ਰਹੇ ਹੈਗੇ ਆ ਵੀ ਸ਼ਾਂਤਮਈ ਢੰਗ ਨਾਲ ਅਸੀਂ ਸਿਰਫ ਚੱਕਾ ਜਾਮ ਕਰਕੇ ਮੀਡੀਆ ਦੇ ਥਰੂ ਇਹ ਗੱਲ ਪਹੁੰਚਾਉਣਾ ਚਾਹੁੰਦੇ ਹੈਗੇ ਆ ਵੀ ਅਸੀਂ ਇਹਦੇ ਬਿਲਕੁਲ ਹੀ ਖਿਲਾਫ ਆ ਕਾਨੂੰਨ ਦੇ। ਸੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕੀ ਇਹਦੇ 'ਚ ਹੈਗਾ ਨੁਕਸਾਨ ਜਿਹੜਾ ਵਾ ਕਿਸਾਨ ਵਾਸਤੇ ਹੋ ਸਕਦਾ ਇਸ ਬਿੱਲ ਦੇ? ਦੇਖੋ ਸਿੱਧੀ ਜੀ ਗੱਲ ਆ, ਜੋ ਬਿੱਲ ਬਣਿਆ ਹੈਗਾ ਸਿੱਧਾ ਇਹ ਕਾਰਪੋਰੇਟ ਵਾਸਤੇ ਬਣਿਆ ਹੈਗਾ, ਕਿਸਾਨਾਂ ਵਾਸਤੇ ਤਾਂ ਹੈ ਹੀ ਨਹੀਂਗਾ। ਇਹ ਹੈਗਾ ਪ੍ਰਾਈਵੇਟ ਕੰਪਨੀਜ਼ ਨੂੰ ਫਾਇਦਾ ਪਹੁੰਚਾਉਣ ਵਾਸਤੇ। ਇਹਦੇ ਵਿੱਚ ਕਿਸਾਨੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਕਿਵੇਂ ਖਰੀਦ ਹੋਣੀ ਆ, ਖਰੀਦ ਦੇ ਉੱਤੇ ਜੇ ਕੁਝ ਨਹੀਂ ਹੁੰਦਾ ਉਹਦੇ ਉੱਤੇ ਕੋਈ ਅਮੈਂਡਮੈਂਟ ਨਹੀਂ ਹੈਗੀ ਵੀ ਅਸੀਂ ਕਿੱਥੇ ਜਾ ਕੇ ਅਪੀਲ ਕਰੀਏ। ਆਮ ਕਿਸਾਨ ਕਦੀ ਨਹੀਂ ਕਹਿ ਸਕਦਾ ਹੈਗਾ ਜਾ ਕੇ ਵੀ ਕਿਵੇਂ ਸਮਝੌਤਾ ਕਰ ਲਓ। ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਨੇ ਕਈ ਕਾਨੂੰਨਾਂ ਦੇ ਵਿੱਚ ਵੀ ਜਿਹਦੇ ਵਿੱਚ ਕਿਸਾਨ ਤੱਕ ਤੇ ਅਪਰੋਚ ਹੀ ਨਹੀਂ ਕਰ ਸਕਦਾ। ਜੇ ਉਹਦੀ ਫਸਲ ਨਹੀਂ ਵਿਕਦੀ ਤਾਂ ਕਿੱਥੇ ਜਾਊਗਾ ਉਹ? ਦੂਜੀ ਗੱਲ ਆ, ਤੁਸੀਂ ਕਿਤੇ ਹੋਰ ਜਾ ਕੇ ਵੇਚ ਨਹੀਂ ਸਕਦੇ। ਜਿਹੜੇ ਇਹਨਾਂ ਨੇ ਕਰਤੇ ਹੈਗੇ ਆ ਵੀ ਅਸੀਂ ਇੱਕ ਕਲਸਟਰ ਬਣਾ ਕੇ ਖਰੀਦਾਂਗੇ, ਇੱਥੇ ਆਹ ਉੱਗਣਗੀਆਂ ਜ਼ਮੀਨਾਂ ਦੇ ਵਿੱਚ ਕਿਹੜੀ ਫਸਲ ਉੱਗੂਗੀ, ਉਹੀ ਵਿਕੂਗੀ, ਉਹੀ ਕਰੂਗੀ। ਤਾਂ ਕਿਸਾਨ ਦਾ ਆਪਣਾ ਤਾਂ ਕੁਝ ਰਹਿ ਹੀ ਨਹੀਂ ਗਿਆ ਉਹਦੇ ਵਿੱਚ, ਸਾਰਾ ਕੁਝ ਧੱਕੇ ਨਾਲ ਥੋਪਿਆ ਜਾਊਗਾ ਇਹਦੇ ਵਿੱਚ। ਤੁਹਾਨੂੰ ਲੱਗਦਾ ਕਿ ਸਰਕਾਰ ਦੇ ਫੈਸਲੇ ਕਿ ਪ੍ਰਾਈਵੇਟ ਸੈਕਟਰ ਦੇ ਫੈਸਲੇ ਆ? ਦੇਖੋ ਸਰਕਾਰ ਨੂੰ ਵੀ ਪ੍ਰਾਈਵੇਟ ਸੈਕਟਰ ਹੀ ਚਲਾਉਂਦਾ ਹੈਗਾ। ਜਿਹੜੇ ਪੈਸੇ ਦਿੰਦੇ ਨੇ, ਫੰਡਿੰਗ ਦਿੰਦੇ ਨੇ, ਉਹੀ ਚਲਾਉਂਦੇ ਨੇ। ਸਰਕਾਰ ਉਹੀ ਚਲਾਉਂਦੇ ਹੁੰਦੇ ਨੇ। ਕਦੀ ਵੀ ਸਰਕਾਰ ਆਪਣੇ ਫੈਸਲੇ ਨਹੀਂ ਲੈਂਦੇ। ਨਹੀਂ ਤਾਂ ਇਦਾਂ ਦਾ ਕੁਝ ਨਾ ਹੋਵੇ। ਡੈਮੋਕ੍ਰੇਸੀ ਦਾ ਮਤਲਬ ਕੀ ਸੀਗਾ? ਡੈਮੋਕ੍ਰੇਸੀ ਦਾ ਮਤਲਬ ਤਾਂ ਖਤਮ ਹੀ ਕਰਤਾ। ਲੋਕਾਂ ਦੀ ਆਵਾਜ਼, ਲੋਕਾਂ ਦੀ, ਜਦ ਲੋਕਾਂ ਦੇ ਖਿਲਾਫ ਹੀ ਫੈਸਲੇ ਹੁੰਦੇ ਨੇ ਤਾਂ ਤੁਸੀਂ ਆਪ ਸੋਚ ਸਕਦੇ ਵੀ ਕੌਣ ਸਰਕਾਰ ਚਲਾ ਰਿਹਾ ਹੈਗਾ। ਸੋ ਫੈਸਲਾ ਵੀ ਲੋਕਾਂ ਦੇ ਜਿਹੜਾ ਖਿਲਾਫ ਹੈ ਸਰਕਾਰ ਲੈਣ ਜਾ ਰਹੀ ਹੈ, ਜਿਵੇਂ ਕਿ ਤੁਹਾਡਾ ਕਹਿਣਾ ਵਾ। ਸੋ ਤੁਹਾਨੂੰ ਲੱਗਦਾ ਕਿ ਕਿਸਾਨ ਮਿਹਨਤ ਕਰਦਾ ਵਾ? ਆਲੂ ਦੀ ਗੱਲ ਕੀਤੀ ਜਾਵੇ, ਆਲੂ ਜੇ 5 ਰੁਪਏ ਲੈ ਕੇ 7 ਰੁਪਏ ਕਿਲੋ ਵੇਚਦਾ ਵਾ, ਪ੍ਰਾਈਵੇਟ ਸੈਕਟਰ ਜਲਦ ਚਲਾ ਜਾਊਗਾ ਤਾਂ ਉਹ ਮਹਿੰਗਾ ਹੋ ਕੇ ਬਾਹਰ ਜਿਹੜਾ ਵਾ ਵਿਕੇਗਾ। ਸੋ ਮੁਨਾਫਾ ਜਿਹੜਾ ਵਾ ਉਹ ਕਿਸਾਨ ਦਾ ਖਤਮ ਹੋ ਜਾਏਗਾ, ਸਿੱਧਾ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਫਾਇਦਾ ਹੋਵੇਗਾ। ਬਿਲਕੁਲ ਜੀ, ਇਹ ਪਹਿਲਾਂ ਵੀ ਹੁੰਦਾ ਰਿਹਾ, ਅਸੀਂ ਇਹੀ ਦੇਖਦੇ ਰਹੇ ਹਾਂ, ਹੁਣ ਤੱਕ ਵੀ ਇਹੀ ਹੁੰਦਾ ਹੈਗਾ। ਹਰ ਇੱਕ ਬੰਦਾ ਇਹ ਕਹਿੰਦਾ, ਜਿਹੜੇ ਸ਼ਹਿਰ 'ਚ ਲੋਕ ਰਹਿੰਦੇ, ਜਿਹੜੇ ਖੇਤੀ ਨਾਲ ਨਹੀਂ ਜੁੜੇ ਹੋਏ, ਉਹ ਕਹਿੰਦੇ ਵੀ ਸਾਨੂੰ ਸਬਜ਼ੀਆਂ, ਦਾਲਾਂ ਸਭ ਕੁਝ ਬਹੁਤ ਮਹਿੰਗਾ ਮਿਲਦਾ ਹੈਗਾ। ਕਿਸਾਨ ਕਹਿੰਦੇ ਆ ਸਾਡਾ ਬਹੁਤ ਸਸਤਾ ਵਿਕ ਰਿਹਾ ਹੈਗਾ, ਤਾਂ ਬਾਕੀ ਪੈਸਾ ਜਾਂਦਾ ਕਿੱਥੇ ਹੈ? ਹੁਣ ਉਹ ਲੀਗਲੀ ਸਿੱਧਾ ਗਵਰਨਮੈਂਟ ਇਹੀ ਕਹਿ ਰਹੀ ਹੈ ਵੀ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਜਾਵੇ, ਵੀ ਸਾਨੂੰ ਫੰਡਿੰਗ ਆਉਣੀ ਚਾਹੀਦੀ ਹੈ। ਸੋ ਇਸੇ ਕਰਕੇ ਇੱਕ ਰਾਹ ਸਾਫ਼ ਕੀਤਾ ਗਿਆ ਹੈ। ਸੋ ਰਾਹ ਸਾਫ਼ ਕੀਤਾ ਗਿਆ ਵਾ, ਇਹਨਾਂ ਦਾ ਕਹਿਣਾ ਵਾ। ਸੋ ਬੈਨਰ ਹੱਥਾਂ 'ਚ ਨੇ, ਜੋ ਲੀਡਰ ਕਿਸਾਨਾਂ ਨਾਲ ਖੜੇਗਾ ਉਹੀ ਪਿੰਡ ਵਿੱਚ ਵੜੇਗਾ। ਸੋ ਇਹੀ ਇਹਨਾਂ ਦਾ ਕੱਲ ਜਿਹੜਾ ਨਾਰਾ ਵਾ, ਕੱਲ ਧਰਨਾ ਜਿਹੜਾ ਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਲਗਾਇਆ ਜਾ ਰਿਹਾ ਵਾ। ਸੋ ਵੱਖ-ਵੱਖ ਜਿਹੜੇ ਆ ਸਿਆਸਤਦਾਨ ਜਿਹੜੇ ਆ ਉਹ ਵੀ ਧਰਨੇ ਲਗਾ ਰਹੇ ਨੇ, ਪਰ ਇਹਨਾਂ ਦਾ ਇਹ ਕਹਿਣਾ ਕਿ ਜਿਹੜਾ ਲੀਡਰ ਇਹਨਾਂ ਦੀ ਬਾਹ ਫੜੇਗਾ ਅਸੀਂ ਉਹਨਾਂ ਦੇ ਨਾਲ ਆ। ਪਰ ਇਹਨਾਂ ਨੇ ਇਹ ਵੀ ਕੱਲ ਅਪੀਲ ਕੀਤੀ ਹੈ ਕਿ ਜਿਹੜੇ ਵੀ ਕੱਲ ਧਰਨੇ ਵਿੱਚ ਪਹੁੰਚ ਰਹੇ ਨੇ ਉਹ ਸਿਰਫ ਆਪਣੇ ਬਾਈਕ, ਟਰੈਕਟਰਾਂ ਤੇ, ਟਰੱਕਾਂ ਤੇ ਕਾਲੇ ਝੰਡੇ ਲਗਾ ਕੇ ਆਉਣ, ਨਾ ਕਿ ਰਾਜਨੀਤੀ ਝੰਡੇ ਲਗਾ ਕੇ ਆਉਣ। ਸੋ ਕੱਲ ਤੋਂ ਇਹ ਧਰਨਾ ਜਿਹੜਾ ਵਾ ਲਗਾਇਆ ਜਾ ਰਿਹਾ ਵਾ। ਬੰਦ ਜਿਹੜੀ ਕੋਲ ਦਿੱਤੀ ਗਈ ਹੈ, ਕੱਲ ਜਿਹੜਾ ਵਾ ਬੰਦ ਕੀਤਾ ਜਾਵੇਗਾ ਪੰਜਾਬ। ਉਸ ਤੋਂ ਬਾਅਦ 1 ਤਰੀਕ ਨੂੰ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਕੋਲ ਦੇ ਦਿੱਤੀ ਗਈ ਹੈ ਕਿ 1 ਤਰੀਕ ਨੂੰ
ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਜਿਹੜੀਆਂ ਟ੍ਰੇਨਾਂ ਵਾ ਚਾਹੇ ਉਹ ਜੰਮੂ ਕਸ਼ਮੀਰ ਜਾਂਦੀਆਂ, ਚਾਹੇ ਉਹ ਹਿਮਾਚਲ ਜਾਂਦੀਆਂ, ਚਾਹੇ ਹਰਿਆਣਾ ਨੂੰ ਜਾਂਦੀਆਂ, ਚਾਹੇ ਬੰਬੇ ਨੂੰ ਜਾਂਦੀਆਂ ਨੇ, ਉਸ ਦੇ ਲਿੰਕ ਜਿਹੜੇ ਆ ਬੰਦ ਕਰ ਦਿੱਤੇ ਜਾਣਗੇ। ਟ੍ਰੇਨਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੋਕੇ ਜਾਣਗੇ ਜਿੰਨੀ ਦੇਰ ਤੱਕ ਉਹਨਾਂ ਦੀ ਆਵਾਜ਼ ਜਿਹੜੀ ਆ ਸਰਕਾਰ ਨਹੀਂ ਸੁਣਦੀ, ਉਹਨਾਂ ਦੇ ਜਿਹੜਾ ਬਿੱਲ ਜਿਹੜਾ ਵਾ ਉਹਨਾਂ ਦਾ ਮਾਫ ਨਹੀਂ ਕਰਦੀ। ਉਹ ਕੱਲ੍ਹ ਆਵਾਜ਼ ਜਿਹੜੀ ਕਿਸਾਨ ਜਿਹੜੀ ਕੱਲ੍ਹ ਵੱਖ-ਵੱਖ ਜਥੇਬੰਦੀਆਂ ਜਿਹੜੀ ਕੱਲ੍ਹ ਆਵਾਜ਼ ਚੱਕਣਗੀਆਂ ਅਤੇ 1 ਤਰੀਕ ਨੂੰ ਜਿਹੜਾ ਵਾ ਰੇਲ ਰੋਕੋ ਅੰਦੋਲਨ ਜਿਹੜਾ ਵਾ ਉਹ ਅਣਮਿੱਥੇ ਸਮੇਂ ਲਈ ਸ਼ੁਰੂ ਕਰਨ ਜਾ ਰਹੇ ਨੇ। ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਬਹਿੰਦੂ, ਜਗਬਾਣੀ ਟੀਵੀ।